साध संगत आपने ਹੁਣ तक गुरबाणी के कीर्तन का और विचारों का लाभ उठाया है। कुछ समा जो और अपने पास है उसमें भी सफला करो, शब्द बोलिया करो ताकि रचना सफली और पवित्र हो। पहले दास बोलिया करेगा, फिर सब भाई बोलो। तीसरे पासे सब बीबियां गज गज के बोलन की खेचल करेगा। उतरे मन की भुख दे दे नाम नाम संतोखिया। उतरे मन की भुख गुरु वणतण हरिया कीतिया। नानक क्या मनुख दे दे नाम संतोखिया।
टहल की वेला, यहाँ खाट चलो हर लाहा, आगे बसन सुहेला। साध संगत अपने ख्यालों नूं बाहरों रोक के शरदा, निर्माणता और चित्त की एकाग्रता विच ले आओ। मानुख तन जन्म तो ला के मृत्यु के समय तक जितना भी समा मिला होया है, बचपन है, जवानी है, बुढ़ापा है, बाल जवानी और वृद्धपन तीन अवस्था जान, कहो नानक हर भजन बिन बिरथा सब ही मान। बचपन है, जवानी है, बुढ़ापा, तीन अवस्थावां शरीर दियां मन्नियां हन। भजन कीतियां तिन्ने सफलियां हो जांदियां हन। भजन तो बिना तिन्ने बेफायदा हैं। किते किते गुरु जी ने इन्हां नूं होर विस्तार नाल खोल के दस्सिया है। पहले प्यार लगा थण दुध, दूजे माए बाप की सुध, तीजे भैया भाभी बेब, चौथे प्यार अपनी खेड़, पंजवें खान पीन की तात, छेवें काम न पूछे जात, सतवें संज किया खरवास, अठवें क्रोध हुआ तन्नाश, नौवें दौड़े उबे सा, दसवें दद्दा हुआ सुआ। गए संगीत पुकारी था, उड़िया हंस दसाएरा, आया गया मोया नौ, पिछों पुत्रो सद्यो कौं। नानक मनमुख अंध प्यार, बाज गुरु डुब्बा संसार। इत्थे इन्हां नूं 10 हिस्सिਆਂ ਵਿੱਚ करके दस्सिया है। गुरु शरण ਵਿੱਚ आके ये 10 अवस्थावां सफलियां हो जांदियां हन। गुरु शरण भगती तो बिना 10 अवस्थावां व्यर्थ जांदियां हन। तदे ही हजूर ने ऐसे फरमान किया है। गुर बिन डुबदी जांदी दुनिया,
ਸਾਰੇ ਅਵਸਥਾਵਾਂ ਗੁਰੂ ਸ਼ਰਨ ਤੋਂ ਬਿਨਾਂ, ਭਜਨ ਤੋਂ ਬਿਨਾਂ ਵਿਅਰਥ ਜਾਂਦੀਆਂ ਹਨ। ਇਹ ਜੀਵ ਨਿਗੁਰਾ ਰਹਿ ਕੇ ਭਜਨ ਤੋਂ ਬਿਨਾਂ 84 ਲੱਖ ਜੀਆ ਜੋਨ ਦੀਆਂ ਤਕਲੀਫਾਂ ਫਿਰ ਉਠਾਉਂਦਾ, ਜਿੱਥੋਂ ਨਿਕਲ ਕੇ ਮਾਨੁਖ ਦੇ तमाम जोनियां ਦਾ ਬਾਦਸ਼ਾਹ ਦੇਹੀ और तमाम दुखों ਤੋਂ ਬਰੀ ਹੋਣ ਵਾਸਤੇ ਖੁੱਲ੍ਹਾ ਗੇਟ ਇਹ ਪ੍ਰਾਪਤ ਹੋਇਆ, ਇਸ ਨੂੰ ਐਵੇਂ ਹੀ ਗਵਾ ਲੈਂਦਾ ਹੈ। ਆਓ ਇਉਂ ਗੁਰੂ ਜੀ, ਗੁਰੂ ਅਰਜਨ ਦੇਵ ਮਹਾਰਾਜ ਪ੍ਰੇਰਨਾ ਕਰਦੇ ਹਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਇਸ ਮਾਨੁਖ ਤਨ ਵਿੱਚ ਵਾਹਿਗੁਰੂ ਦੇ ਭਜਨ ਦਾ ਲਾਹ ਖੱਟ ਕੇ ਜਾਓ, ਅੱਗੇ ਸੌਖਾ ਵਸਣਾ ਹੁੰਦਾ ਹੈ। ਇਹੋ ਜਿਹੇ ਥਾਂ ਵਿੱਚ ਵਾਸਾ ਹੁੰਦਾ ਹੈ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸ ਕਰਕੇ ਪ੍ਰੇਰਨਾ ਕਰਦੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਅਯੁੱਧਿਆ ਪੁਰੀ ਦੇ ਬਾਹਰ ਬੈਠੇ ਅਯੁੱਧਿਆ ਵਾਸੀ ਲੋਕਾਂ ਦੇ ਨਾਲ ਬਚਨ ਵਿਲਾਸ ਕਰ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਤ ਵੀ ਸਨ। ਉਹਨਾਂ ਕਿਹਾ, ਮਹਾਰਾਜ ਅਯੁੱਧਿਆਪੁਰੀ ਇੱਕ ਦਫਾ ਸਵਰਗ ਦੇ ਵੇਲੇ ਰਾਜੇ ਹਰੀ ਚੰਦ ਵੇਲੇ ਸਵਰਗਾਂ ਨੂੰ ਜਾ ਚੁੱਕੀ ਹੈ। ਦੂਸਰੀ ਦਫਾ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਵਿਸ਼ਨੂੰ ਦਾ 14 ਕਾ ਅਵਤਾਰ, ਨਿਮਿਤ ਅਵਤਾਰ, ਰਾਵਣ ਕੁੰਭਕਰਨ ਦੇ ਮਾਰਨ ਵਾਸਤੇ ਜਿਨ੍ਹਾਂ ਦਾ ਅਵਤਾਰ ਸੀ, ਉਹਨਾਂ ਵੇਲੇ ਬੈਕੁੰਠਾਂ ਨੂੰ ਜਾ ਚੁੱਕੀ ਹੈ। ਗੁਰੂ ਜੀ ਇਹ ਵਚਨ ਸੁਣ ਕੇ ਕਹਿਣ ਲੱਗੇ, ਅਗਰ ਅਯੁੱਧਿਆਪੁਰੀ ਸਵਰਗਾਂ ਜਾਂ ਬੈਕੁੰਠਾਂ ਨੂੰ ਗਈ ਹੁੰਦੀ, ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹ ਕਹਿਣਗੇ ਤਾਂ ਠੀਕ ਹੈ ਮਹਾਰਾਜ, ਪਰ ਉਸ ਵਕਤ ਦੇ ਜਿਹੜੇ ਜੀਵ ਸਨ, ਸਰੀਰ ਨੂੰ ਤਿਆਗ ਕੇ ਇੱਕ ਦਿਨ ਸਭ ਨੇ ਹੀ ਇੱਥੋਂ ਜਾਣਾ ਹੈ। ਭਾਵੇਂ ਦੁਨੀਆ ਦੇ ਵਿੱਚ ਕਿਸੇ ਦਾ ਦਿਲ ਜਾਣ ਨੂੰ ਕਰੇ ਜਾਂ ਨਾ ਕਰੇ, ਪਰ ਜਾਣਾ ਸਭ ਨੂੰ ਹੀ ਪੈਂਦਾ ਹੈ। ਜਦੋਂ ਚਾਰ ਨਿਮਿਤ ਇਕੱਠੇ ਹੋ ਗਏ, ਅੰਨ ਜਲ ਮੁੱਕ ਗਿਆ, ਪ੍ਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣਤ ਬਣ ਗਈ, ਉਸ ਮੌਕੇ ਬੇਵਸਾ ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਤਾਂ ਤੇ ਜਿਨ੍ਹਾਂ ਲੋਕਾਂ ਨੇ ਅੱਗੇ ਜਾਣ ਦੀ ਤਿਆਰੀ ਕਰ ਲਈ ਹੈ, ਉਹ ਬੇਫਿਕਰ ਹੋ ਜਾਂਦੇ ਹਨ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਕਿਸੇ ਇਹੋ ਜਿਹੇ ਸੁੱਖ ਵਿੱਚ ਨਿਵਾਸ ਕਰਨਾ ਹੈ ਜਿਸ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਸੋ ਇਉਂ ਇਸ ਤਰੀਕੇ ਸਿਰ ਮਹਾਰਾਜ ਸਰੀਰਾਂ ਨੂੰ ਛੱਡ ਕੇ ਉਸ ਵਕਤ ਦੇ ਜੀਵ ਜਿਹੜੇ ਸਨ, ਇਉਂ ਸਾਰੇ ਸਵਰਗਾਂ ਬੈਕੁੰਠਾਂ ਨੂੰ ਗਏ। ਗੁਰੂ ਜੀ ਕਹਿਣ ਲੱਗੇ, ਹੁਣ ਸਾਰੀ ਦੁਨੀਆ ਹੀ ਜਾ ਸਕਦੀ ਹੈ, ਉਹ ਤਾਂ ਇਕੱਲੀ ਇਹ ਅਯੁੱਧਿਆਪੁਰੀ ਹੀ ਗਈ। ਉਹ ਪੰਡਤ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਇਹ ਕੈਸੇ? ਕਹਿਣ ਲੱਗੇ, ਅੱਗੇ ਧਰਮ ਕਰਕੇ ਹੀ ਗਏ ਸਨ, ਪੁੰਨਾਂ ਦਾ ਫਲ ਹੀ ਸਵਰਗਾਂ ਨੂੰ ਹਰੀ ਚੰਦ ਸਾਰੀ ਅਯੁੱਧਿਆਪੁਰੀ ਨੂੰ ਸਵਰਗਾਂ ਨੂੰ ਲੈ ਗਿਆ ਸੀ। ਹੋਰ ਤਾਂ ਕੋਈ ਸਬਬ ਨਹੀਂ ਸੀ, ਪਰ ਪਰਮੇਸ਼ਰ ਦਾ ਭਜਨ ਕਰਕੇ ਸਾਰੀ ਦੁਨੀਆ ਹੀ ਸਵਰਗਾਂ ਨੂੰ ਚਾਹੇ ਸਵਰਗਾਂ ਨੂੰ ਜਾ ਸਕਦੀ ਹੈ, ਅਗਰ ਬੈਕੁੰਠਾਂ ਨੂੰ ਚਾਹੇ ਬੈਕੁੰਠਾਂ ਨੂੰ ਜਾ ਸਕਦੀ ਹੈ। ਸਵਰਗ ਇੰਦਰ ਲੋਕ ਦਾ ਨਾਮ ਹੈ, ਜਿਸ ਨੂੰ ਜੰਨਤ ਜਾਂ ਬਿਸ਼ਤ ਕਹਿੰਦੇ ਹਨ। ਉੱਥੇ ਜਿਸਮਾਨੀ ਸੁੱਖ ਹਨ, ਪਰ ਮਨ ਦੀ ਸ਼ਾਂਤ ਨਹੀਂ ਹੈ, ਪੀਸ ਆਫ ਮਾਈਂਡ ਨਹੀਂ ਹੈ, ਫਿਰ ਉੱਥੋਂ ਗਿਰਨਾ ਵੀ ਹੁੰਦਾ ਹੈ। ਔਰ ਬੈਕੁੰਠ ਉਹ ਥਾਂ ਹੈ ਜਿੱਥੇ ਸਾਕਾਰ ਪ੍ਰਭੂ ਬ੍ਰਹਮ ਦਾ ਵਾਸਾ ਹੈ, ਉੱਥੋਂ ਗਿਰਨਾ ਨਹੀਂ ਹੁੰਦਾ। ਉੱਥੋਂ ਦੇ ਵਾਸੀ ਜਿਹੜੇ ਹਨ, ਭਜਨ ਆਨੰਦ ਵਿੱਚ ਲੀਨ ਹੁੰਦੇ ਨੇ, ਉਹਨਾਂ ਦੇ ਮਨ ਸ਼ਾਂਤ ਠੰਡੇ ਸੁਖੀ ਹੁੰਦੇ ਹਨ। ਔਰ ਗਿਰਨ ਦਾ ਉੱਥੋਂ ਫਿਕਰ ਜਾਂ ਚਿੰਤਾ ਨਹੀਂ ਹੁੰਦੀ, ਕਿਉਂਕਿ ਉੱਥੋਂ ਗਿਰਨਾ ਨਹੀਂ ਹੁੰਦਾ। ਇਸ ਵਾਸਤੇ ਇਹਨਾਂ ਦੋਨਾਂ 'ਚ ਇਤਨਾ ਫਰਕ ਹੈ। ਸੋ ਉਹ ਕਹਿਣਗੇ, ਉਹ ਕਿਵੇਂ? ਗੁਰੂ ਜੀ ਕਹਿਣਗੇ, ਭਜਨ ਕਰਕੇ, ਵਾਹਿਗੁਰੂ ਦੇ ਨਾਮ ਦੇ ਆਸਰੇ ਜੋ ਕੁਛ ਵੀ ਚਾਹੇ ਉਹੀ ਕੁਛ ਮਿਲ ਸਕਦਾ। ਇਸ ਕਰਕੇ ਹੀ
ਪਰਮੇਸ਼ਰ ਦੇ ਨਾਮ ਨੂੰ ਗੁਰੂ ਜੀ ਨੇ ਅਮੋਲਕ ਵਸਤੂ ਦੱਸਿਆ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਅਮੋਲਕ ਜੀ ਮੇਰੇ ਸਾਹਿਬ ਦਾ, ਅਮੋਲਕ ਜੀ ਮੇਰੇ ਸਾਹਿਬ ਦਾ। ਸਾਈਂ ਨਾਮ ਅਮੋਲ ਕੀਮਨ ਕੋਈ ਜਾਣ ਦੋ, ਜਿੰਨਾ ਭਾਗ ਮਥਾ ਨਾਨਕ ਸੇਈ ਹਰ ਰੰਗ ਮਾਣ ਦੋ। ਪਰਮੇਸ਼ਰ ਦਾ ਨਾਮ ਅਮੋਲਕ ਵਸਤੂ ਹੈ। ਇਸ ਦੀ ਕੀਮਤ, ਇਸ ਦੀ ਮਹਿਮਾ ਨੂੰ ਹਰ ਇੱਕ ਨਹੀਂ ਜਾਣਦਾ। ਵਾਹਿਗੁਰੂ ਦੇ ਪਿਆਰੇ ਹੀ ਇਸ ਦੀ ਮਹਿਮਾ ਨੂੰ ਜਾਣਦੇ ਹਨ। ਨਾਮ ਕੀ ਮਹਿਮਾ ਸੰਤ ਰਿਦਵਸ ਹੈ। ਤਦੇ ਹੀ ਗੁਰੂ ਬਾਬਾ ਜੀ ਨੇ ਮਰਦਾਨੇ ਨੂੰ ਕਿਹਾ ਸੀ, ਮਰਦਾਨਿਆਂ ਜਿਵੇਂ ਹੀਰੇ ਲਾਲ ਜਵਾਤ ਆਦਿ ਸ਼ਨਾਖਤ ਪਛਾਣ ਮਹਿਮਾ ਨੂੰ ਜਵਾਰੀ ਜਾਣਦੇ ਹਨ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ। ਆਮ ਨਹੀਂ ਜਾਣ ਸਕਦੇ, ਇਉਂ ਦੱਸਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ,
नाम की महिमा संत रिद वसै, संत प्रताप दुर्त सब नसै। परमेश्वर वाहिगुरू के नाम की महिमा नूं वाहिगुरू के प्यारे ने अच्छी तरह समझिया। तनू ने, प्रहलाद ने, कबीर ने, रविदास ने, नामदेव ने, अन्ने ने, होर बेअंत भगतां संतां ने। इस करके परमेश्वर का नाम जप के जो कुछ भी चाहता है सब कुछ ही प्राप्त कर लैंदा है। तरू ने अटल पदवियां हासिल कीतियां, भगतां ने बेअंत आप ही नहीं बल्कि बेअंत होर लोगों नूं उच्च जीवन दिते। इस करके परमेश्वर के भजन विच एक स्वर्ग की बेअंत स्वर्ग निवास करते हैं। तो परमेश्वर का नाम जप के केड़ी वस्तु है जो प्राप्त नहीं हो सकती। साहिब गुरु रामदास चौथे पातशाह वाहिगुरू के भजन नूं सारी इच्छा पूरियां करता दसदे हैं। सबे इच्छा होण तेरियां,
चौथे पातशाह वाहिगुरू के भजन नूं सारियां इच्छा पूरियां करता दसदे हन। इउं फरमाउंदे हन, इच्छा पूर्वक सर्व सुखदाता हर, चाके वश हैं काम तेना, सो ऐसा हर ध्याइए मेरे जियड़े, तां सर्व सुख पावह मेरे मना। जप मन सतनाम सदा सतनाम, हलत पलत मुख उजल होई है, नित ध्याइए हर पुरख निरंजना, जै हर सिमरन भया तै उपाधगत कीनी, वड भागी हर जपना, जन नानक कौ गुर ए मत दीनी, जप हर भव जल तरना। इउं वाहिगुरू दे भजन नूं सारियां इच्छा पूरियां करता दसदे हन। गुरु अर्जन देव महाराज वाहिगुरू दे भजन नूं रसैन रूप कथन करते हैं। जिस शख्स के पास रसैन होवे उसनूं धन का घाटा नहीं रहा करता। जिसके पास वाहिगुरू का भजन रूपी रसैन है उसके पास मुट्ठी भी तो दोनों जहान आ जाते हैं। और रसैन तो अठां धातां नूं सोना ही बनाउंदी है, लेकिन वाहिगुरू का भजन रूपी रसैन तो इहो जी चीज़ है जीव तो रब बना दिंदा है, जिस तो परे कोई भी चीज़ नहीं। सेव हर के चरण रसायन जी, जो जो मांगै सो सोई। हर के चरण रसायन जी, जो जो मांगै सो पावे। हर के चरण रसायन जी, जो जो मांगै सो पावे। हर के चरण रसायन जी, रसना गुण गोपाल नित गायन, शांत सहज रहस्मन उपजो सगले दुख पलायन। जो जो मांगह सोई सोई पावह, सेव हर के चरण रसायन। जन्म मरण दोहूं ते छूटै, भवजल जगत तरायण। खोजत खोजत तत् विचार्यो, दास गोविंद परायण। अविनाशी खेम चाहे जे नानक, सदा सिमर नारायण। अविनाशी पदवी, ਜਿਹੜੀ ਪਦਵੀ ਕਦੇ ਨਾਸ਼ ਨਾ ਹੋਵੇ, ਜਿਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ, ਜਿਸ ਤੋਂ ਉੱਚੀ ਪਦਵੀ ਕੋਈ ਵੀ ਨਾ ਹੋਵੇ, ਜਿਸ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਇਹੋ ਜਿਹੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ ਤੂੰ ਪਰਮੇਸ਼ਰ ਦਾ ਭਜਨ ਕਰ, ਇਹ ਵੀ ਤੈਨੂੰ ਮਿਲ ਜਾਏਗੀ। ਇਉਂ
सब कुछ वाहिगुरू के भजन विच है। गुरु जी इसनूं रसायण रूप कथन करते हैं। ये बचन जदों गुरु जी ने उन्हां पंडितां नूं कहा, वो विद्वान सन, सवाल ते सवाल करी जाते सन। कहण लगे महाराज मन लिया बई परमेश्वर का भजन सारिया इच्छा पूरियां करता है, स्वर्ग बैकुंठ आदि सब कुछ दिंदा है, पर इयों किरपा करके दसो भजन परमेश्वर दे अनंत हन बेअंत हन, किहड़ा भजन करना चाहिए है, ये कृपा करके दसो। गुरु जी कहन लगे भाई परमेश्वर दे बेअंत नाम हैं। एक एक चीज़ के किन्ने किन्ने नाम होंगे। जो सृष्टि का करता हरता धरता है, करोड़ों ब्रह्मंडा का उत्पत्ति करता, फिर सब की पालना करता, फिर सब का संहार करने वाला, उसके बेअंत नाम हैं। जिमें पानी है मिसाल के तौर पर, उसनों असी अपनी बोली विच पानी कहने हैं, अंग्रेजी विच उसनों वाटर कहा जाता है, फारसी च आब कहते हैं, अरबी विच उब कहते हैं, हिंदी विच जल कहते हैं। चीज़ इको ही है, कथन विच फर्क है। इसी तरह वो हस्ती करोड़ों ब्रह्मंडा उत्पत्त पालना ते संहार करने वाली उसके अनंत नाम हैं, एक नहीं है। पर गुरु जी कहते मैं किसी नाम के विरुद्ध नहीं हाँ, मैं किसी नाम के बरखिलाफ नहीं हाँ। जिन्ने परमेश्वर के नाम हैं मैं सब दे ही बलिहारे जाना, इं हजूर फरमाते हैं। जित तेरे नाम है हों बलिहारे जाऊं, बलिहारे जाऊँ जे ते तेरे नाम है। गुरु जी कहन लगे उन्होंने पंडितां नूं, मैं किसी नाम के बरखिलाफ नहीं, विरुद्ध नहीं हाँ। जितने परमेश्वर के नाम हैं मैं सब दे ही बलिहारे जाना हाँ। इस वास्ते सत्संग गुरु नानक जैसा सुला कुल पैगंबर दुनिया ते होर कोई भी नहीं होया।
ਹਰ ਇੱਕ ਨੇ ਆਪਣੀ ਆਪਣੀ ਉਮਤ ਨੂੰ ਹੀ ਉਪਦੇਸ਼ ਕੀਤਾ, ਪਰ ਗੁਰੂ ਬਾਬਾ ਜੀ ਦਾ ਉਪਦੇਸ਼ ਤਾਂ ਚਾਹੋਂ ਵਰਨਾਂ ਨੂੰ ਚਾਹੋਂ ਆਸ਼ਰਮਾਂ ਨੂੰ ਸਾਂਝਾ ਹੀ ਹੈ। ਇਉਂ ਫਰਮਾਉਂਦੇ ਹਨ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੇ ਸੋ ਕਲਮੈ ਖਟ ਖਟ ਨਾਨਕ ਮਾਂਝਾ। ਹਾਂ, ਗੁਰੂ ਬਾਬਾ ਜੀ ਦਾ ਉਪਦੇਸ਼ ਪ੍ਰਾਣੀ ਮਾਤਰ ਵਾਸਤੇ, ਸਭ ਦੇ ਵਾਸਤੇ ਸਾਂਝਾ ਹੈ, ਕੋਈ ਖਿੱਚਾ ਖਿੱਚੀ ਵਾਲੀ ਗੱਲ ਨਹੀਂ। ਇਸ ਵਾਸਤੇ ਉਹਨਾਂ ਪੰਡਤਾਂ ਨੂੰ ਗੁਰੂ ਬਾਬਾ ਜੀ ਕਹਿੰਦੇ ਹਨ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਬਰਖਲਾਫ ਨਹੀਂ ਹਾਂ। ਜਿਤਨੇ ਵੀ ਪਰਮੇਸ਼ਰ ਦੇ ਨਾਮ ਹਨ ਮੈਂ ਸਭ ਦੇ ਹੀ ਬਲਿਹਾਰੇ ਜਾਨਾ ਹਾਂ, ਪਰ ਦਰਿਆ ਤੋਂ ਉਰਲੇ ਕਿਨਾਰੇ ਪਰਲੇ ਕਿਨਾਰੇ ਜਾਣ ਵਾਸਤੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ। ਜਿਸ ਬੇੜੀ 'ਤੇ ਕੋਈ ਸਵਾਰ ਹੋ ਜਾਂਦਾ ਹੈ, ਉਹ ਬੇੜੀ ਉਸਨੂੰ ਪਰਲੇ ਕਿਨਾਰੇ ਲੈ ਜਾਂਦੀ ਹੈ, ਪਾਰ ਲਗਾ ਦਿੰਦੀ ਹੈ। ਇਸੀ ਤਰ੍ਹਾਂ ਵਾਹਿਗੁਰੂ ਦੇ ਅਨੰਤ ਨਾਮ ਹਨ, ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਾਰੇ ਹੀ ਸਮਰੱਥ ਹਨ, ਪਰ ਜਿਸ ਨਾਮ ਰੂਪੀ ਜਹਾਜ਼ 'ਤੇ ਇਹ ਸਵਾਰ ਹੋ ਗਿਆ, ਉਸਨੇ ਹੀ ਇਸਨੂੰ ਉਰਲਾ ਕਿਨਾਰਾ ਸੰਸਾਰ ਹੈ ਅਤੇ ਪਰਲਾ ਕਿਨਾਰਾ ਵਾਹਿਗੁਰੂ ਦਾ ਦੇਸ਼ ਹੈ, ਉੱਥੇ ਪਹੁੰਚਾ ਦੇਣਾ ਹੈ। ਜਿੱਥੇ ਦੁੱਖ ਨਹੀਂ, ਇਸ ਕਰਕੇ ਸਾਰਿਆਂ ਵਿੱਚ ਹੀ ਸ਼ਕਤੀ ਹੈ। ਜਿਸ ਬੇੜੀ ਵਿੱਚ ਕੋਈ ਸਵਾਰ ਹੋ ਗਿਆ, ਉਸਨੇ ਹੀ ਉਸਨੂੰ ਪਾਰ ਕਰ ਦੇਣਾ ਹੈ। ਇਹ ਸੁਣ ਕੇ ਉਹ ਲੋਕ ਕਹਿਣ ਲੱਗੇ, ਮਹਾਰਾਜ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਕੋਈ ਚਲਾਉਣ ਵਾਲਾ ਮਲਾਹ ਹੁੰਦਾ ਹੈ। ਮਲਾਹ ਬੇੜੀ ਨੂੰ ਚਲਾ ਕੇ ਮੁਸਾਫਰਾਂ ਨੂੰ ਵਿੱਚ ਬਿਠਾ ਕੇ ਬੇੜੀ ਦੇ ਉਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਲੈ ਜਾਂਦਾ ਹੈ, ਤਾਂ ਜਾ ਕੇ ਮੁਸਾਫਰ ਪਰਲੇ ਕਿਨਾਰੇ ਪਹੁੰਚਦੇ ਹਨ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਆ ਫਰਮਾਉਂਦੇ ਹੋ, ਬੇਅੰਤ ਪਰਮੇਸ਼ਰ ਦੇ ਨਾਮ ਬੇੜੀਆਂ ਦੇ ਤੁੱਲ ਹਨ, ਜਹਾਜ਼ਾਂ ਦੇ ਤੁੱਲ ਹਨ। ਸਭ ਹੀ ਇਹ ਜੀਵ ਨੂੰ ਪਰਮੇਸ਼ਰ ਦੇ ਦੇਸ਼ ਪਹੁੰਚਾਉਣ ਨੂੰ ਸਮਰੱਥ ਹਨ। ਸੋ ਆਪ ਕਿਸੇ ਨਾਮ ਦੇ ਬਰਖਲਾਫ ਵਿਰੁੱਧ ਵੀ ਨਹੀਂ ਹੋ, ਪਰ ਇੰਨੀ ਗੱਲ ਜ਼ਰੂਰ ਹੈ, ਬੇੜੀ ਆਪ ਨਹੀਂ ਚੱਲਿਆ ਕਰਦੀ, ਉਹਨੂੰ ਕੋਈ ਚਲਾਉਣ ਵਾਲਾ ਮਲਾਹ ਹੋਣਾ ਚਾਹੀਦਾ ਹੈ। ਇਸ ਕਰਕੇ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾਹ ਕਿਹਾ ਜਾ ਚਾਹੀਦਾ ਹੈ, ਜਿਹੜਾ ਮੁਸਾਫਰਾਂ ਨੂੰ ਉਰਲੇ ਕਿਨਾਰਿਓਂ ਪਰਲੇ ਕਿਨਾਰੇ ਲਿਜਾ ਸਕੇ। ਗੁਰੂ ਜੀ ਕਹਿੰਦੇ, ਠੀਕ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਬੇੜੀ ਆਪ ਨਹੀਂ ਚੱਲਦੀ ਹੁੰਦੀ। ਹਾਂ, ਨਾਮ ਬੇੜੀ ਸੰਤ ਮਲਾ, ਬੇੜੀ ਨੂੰ ਮਲਾਈ ਚਲਾਇਆ ਕਰਦਾ ਹੈ। ਪਰ ਗੱਲ ਇੰਨੀ ਜ਼ਰੂਰ ਹੈ, ਮਲਾ ਉਹ ਹੋਣਾ ਚਾਹੀਦਾ ਹੈ
ਜੀ ਦੀਆਂ ਅੱਖਾਂ ਵੀ ਦਰੁਸਤ ਹੋਣ, ਯਾਨੀ ਨਿਗਾਹ ਵੀ ਦਰੁਸਤ ਹੋਵੇ, ਔਰ ਹੱਥ ਪੈਰ ਵੀ ਜਿਹਦੇ ਸਾਬਤ ਹੋਣ। ਕਿਉਂ? ਅੱਖਾਂ ਨਾਲ ਤਾਂ ਦੇਖਣਾ ਪਰਲਾ ਕਿਨਾਰਾ ਕਿੱਥੇ ਹੈਗਾ, ਅਤੇ ਹੱਥਾਂ ਪੈਰਾਂ ਨਾਲ ਚੱਪੂ ਮਾਰਨਾ ਹੈ। ਅਗਰ ਨਿਗਾਹ ਹੈ, ਅੱਖਾਂ ਹਨ, ਹੱਥ ਪੈਰ ਇਹਨਾਂ 'ਚ ਨੁਕਸ ਹੈ, ਚੱਪੂ ਕਿਵੇਂ ਮਾਰੇਗਾ? ਪਰਲਾ ਕਿਨਾਰਾ ਤਾਂ ਜ਼ਰੂਰ ਦੇਖਦਾ, ਉਹ ਹੈ, ਪਰ ਚੱਪੂ ਮਾਰੇ ਬਿਨਾਂ ਬੇੜੀ ਚੱਲੇਗੀ ਨਹੀਂ, ਮੁਸਾਫਰਾਂ ਨੂੰ ਕਿਵੇਂ ਪਾਰ ਲਿਜਾਏਗਾ? ਹਾਂ, ਜੇਕਰ ਹੱਥ ਪੈਰ ਹਨ, ਨਿਗਾਹ ਨਹੀਂ ਹੈ, ਅਤੇ ਹੱਥ ਪੈਰ ਤਾਂ ਮਾਰ ਕੇ ਚੱਪੂ ਤਾਂ ਮਾਰੀ ਜਾਊ, ਪਰ ਬੇੜੀ ਖਬਰ ਹੈ ਕਿੱਧਰ ਨੂੰ ਚੱਲ ਪਵੇ, ਉਹਨੂੰ ਦੀਂਦਾ ਨਹੀਂ ਕਿੱਥੇ ਲੈ ਜਾਣਾ ਮੁਸਾਫਰਾਂ ਨੂੰ। ਇਸੀ ਤਰ੍ਹਾਂ ਮਲਾ ਉਹ ਹੋਣਾ ਚਾਹੀਦਾ ਹੈ ਜਿਸ ਦੀ ਨਿਗਾਹ ਵੀ ਬਿਲਕੁਲ ਠੀਕ ਹੋਵੇ, ਔਰ ਹੱਥ ਪੈਰ ਵੀ ਜਿਸ ਦੇ ਬਿਲਕੁਲ ਦਰੁਸਤ ਹੋਣ ਚੱਪੂ ਮਾਰਨ ਵਾਸਤੇ। ਇਹ ਵੀ ਪਤਾ ਹੋਵੇ ਕਿੱਥੇ ਪਹੁੰਚਾਉਣਾ ਹੈ ਮੁਸਾਫਰ ਨੂੰ। ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਵੀ ਉਹ ਮਹਾਂਪੁਰਖ ਮਲਾ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਸਾਧਨ ਸੰਪੰਨ ਹੋ ਕੇ, ਜਿਨ੍ਹਾਂ ਦੇ ਗਿਆਨ ਨੇਤਰ ਖੁੱਲ੍ਹੇ ਹਨ। ਉਹਨਾਂ ਨੂੰ ਪਤਾ ਹੈ ਉਹ ਅਸਥਾਨ ਕਿਹੜਾ ਹੈ, ਕਿੱਥੇ ਹੈ, ਜਿੱਥੇ ਜਿਗਿਆਸੂ ਰੂਪੀ ਮੁਸਾਫਰ ਨੂੰ ਪਹੁੰਚਾਉਣਾ ਹੈ। ਔਰ ਹੱਥ ਪੈਰ ਸਾਬਤ ਹੋਣੇ ਕੀ ਹੈ? ਜਿਗਿਆਸੂ ਅਧਿਕਾਰੀ ਜਨਾਂ ਦੇ ਸੰਸ਼ੇ ਆਦਿ ਨਿਵਰਤ ਕਰਨ ਨੂੰ ਸਮਰੱਥ ਹੋਣਾ। ਕਿਉਂਕਿ ਜਿਹੜਾ ਜਿਸ ਰਸਤੇ ਗਿਆ ਹੋਵੇ ਉਸ ਦੀ ਪੂਰੀ ਵਾਕਫੀਅਤ ਰੱਖਦਾ ਹੁੰਦਾ ਹੈ। ਦੋ ਕਿਸਮ ਦੇ ਵਿਦਵਾਨ ਮੰਨੇ ਹਨ, ਇੱਕ ਚਕਸ਼ੂ, ਇੱਕ ਅੰਧ, ਇੱਕ ਅੱਖਾਂ ਵਾਲਾ, ਇੱਕ ਬਿਨਾਂ ਅੱਖਾਂ ਤੋਂ। ਹਾਂ, ਜਿਹੜਾ ਸਿਰਫ ਪੜ੍ਹਿਆ ਹੈ, ਵਿਦਿਆ ਦੁਆਰਾ ਸਮਝਦਾ ਹੈ, ਪਰ ਕਮਾਈ ਨਹੀਂ ਕੀਤੀ, ਨਾਮ ਅਭਿਆਸ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਹੋਇਆ ਜਿੱਥੇ ਪਹੁੰਚਣਾ ਹੈ, ਉਹ ਅੰਧ ਯਾਨੀ ਨੇਤਰਹੀਨ ਹੈ। ਸਚਕਸ਼ੂ ਨਹੀਂ ਯਾਨੀ ਅੱਖਾਂ ਤੋਂ ਬਿਨਾਂ ਹੈ, ਉਹ ਮੁਸਾਫਰਾਂ ਨੂੰ ਪਾਰ ਨਹੀਂ ਲਿਜਾ ਸਕੇਗਾ, ਕਿਉਂਕਿ ਉਹਨੂੰ ਦੀਂਦਾ ਨਹੀਂ। ਇਸੀ ਤਰ੍ਹਾਂ ਯਾਨੀ ਮਲਾ ਉਹ ਹੋਣਾ ਚਾਹੀਦਾ ਹੈ, ਮਹਾਂਪੁਰਖ ਮਲਾ ਹੋਣਾ ਚਾਹੀਦਾ ਹੈ, ਜਿਹਨੇ ਕਮਾਈ ਕਰਕੇ ਸਾਧਨ ਸੰਪੰਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਜਿਹੜਾ ਸਭ ਦਾ ਮੰਜ਼ਿਲ ਮਕਸੂਦ ਹੈ। ਜਿਗਿਆਸੂ ਜਨਾਂ ਨੂੰ, ਅਧਿਕਾਰੀ ਜਨਾਂ ਨੂੰ ਉਹੀ ਉੱਥੇ ਪਹੁੰਚਾਉਣ ਨੂੰ ਸਮਰੱਥ ਹੈ, ਉਹੀ ਉਸ ਬੇੜੀ ਨੂੰ ਚਲਾ ਸਕਦਾ ਹੈ। ਯਾਨੀ ਮਹਾਂਪੁਰਖ ਸਾਧਨ ਸੰਪੰਨ ਬ੍ਰਹਮਨਿਸ਼ਠ ਸਤੋਤਰੀ ਹੋਣਾ ਚਾਹੀਦਾ ਹੈ, ਤਦ ਹੀ ਜਾ ਕੇ ਮੁਸਾਫਰਾਂ ਨੂੰ ਖੁੱਲ੍ਹੇ ਕਿਨਾਰੇ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰਕੇ ਪਰਲਾ ਕਿਨਾਰਾ ਜੋ ਵਾਹਿਗੁਰੂ ਦਾ ਦੇਸ਼ ਹੈ, ਨਿਰਾਕਾਰ ਦੇਸ਼ ਹੈ, ਉੱਥੇ ਪਹੁੰਚਾਉਣ ਨੂੰ ਸਮਰੱਥ ਹੋ ਸਕਦਾ ਹੈ। ਇਸ ਕਰਕੇ ਮਹਾਂਪੁਰਖ ਇਹੋ ਜਿਹੇ ਮਹਾਂਪੁਰਖ ਦੀ ਰਾਹੀਂ ਨਾਮ ਅਭਿਆਸ ਦੀ ਕਮਾਈ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਈਦਾ ਹੈ, ਇਉਂ ਲਾਹ ਖਟੀਂਦਾ ਹੈ। यहाँ घाट चलो हर लाहा, आगे
महाराज एक इहो ਜਿਹੇ शहर पहुँचे जिथे बहुत सारे ब्रह्म ज्ञानी कहने वाले, यानी सिर्फ पढ़ के ही अपने आप को ज्ञानवान सदाउण वाले, जिन्होंने यानी अनदरेबल या अनमला कहा गया। उत्थे गुरु जी पहुँचे, मरदाने ने हुक्म किया, मरदानिया आ लै बुचा, शहर दे विच उच्ची उच्ची आवाज़ दे जाके वैद हकीम, वैद हकीम। मरदाने ने एक बुचा ले लिया, शहर दे विच उच्ची उच्ची यूँ आवाज़ां दिंदा फिरदा है। आ गया बाबा वैद रोगी, मरदाना शहर विच यूँ उच्ची उच्ची आवाज़ां दिंदा फिरदा। एक आदमी मरदाने रोक के कहन लगा, क्यों जी तुसी वैद हो? कहन लगे नहीं मैं तो वैद नहीं। फिर वैद होर कौन? कहन लगा वैद बाहर बैठा। वो आदमी कहंदा इत्थों दा राजा बड़ा धर्मात्मा, प्रजा पालक, ਜਿਹੇ ਜਿਹੇ ਰਾਜਿਆਂ ਵਿੱਚ ਪ੍ਰਜਾ ਦੀ ਪਾਲਣਾ ਵਾਸਤੇ ਗੁਣ ਹੋਣੇ ਚਾਹੀਦੇ ਹਨ, ਸਾਰੇ ਹੀ ਉਸ ਵਿੱਚ ਪਾਏ ਜਾਂਦੇ ਹਨ। ਪਰ ਇੱਕ ਸ਼ੋਕ ਵਾਲੀ ਗੱਲ ਹੈ, ਇੱਕ ਦੁੱਖ ਵਾਲੀ ਗੱਲ ਹੈ। ਉਸ ਰਾਜਾ ਦੇ ਸਰੀਰ ਨੂੰ ਕੋਹੜ ਦਾ ਰੋਗ ਹੈ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਡਾਕਟਰਾਂ ਦੇ ਇਲਾਜ ਕੀਤੇ, ਪਰ ਉਹ ਉਸਦਾ ਕੋਹੜ ਦਾ ਰੋਗ ਹਟਿਆ ਹੀ ਨਹੀਂ। ਇਹੋ ਜਿਹਾ ਧਰਮਾਤਮਾ ਨੇਕ ਪ੍ਰਜਾ ਪਾਲਕ ਰਾਜਾ ਮਿਲਣਾ ਪ੍ਰਜਾ ਨੂੰ ਬੜਾ ਔਖਾ ਹੈ। ਅਗਰ ਤੁਹਾਡੇ ਪਾਸ ਕੋਈ ਉਸ ਨੂੰ ਰਾਜ਼ੀ ਕਰਨ ਦੀ ਦਵਾਈ ਹੋਵੇ ਤਾਂ ਬੜਾ ਹੀ ਪਰਉਪਕਾਰ ਹੈ। ਇਹ ਸੁਣ ਕੇ ਮਰਦਾਨਾ ਕਹਿਣ ਲੱਗਾ, ਮੇਰਾ ਵੈਦ ਤਾਂ ਇਹੋ ਜਿਹਾ ਕਾਮਲ ਹੈ,
ਇਹ ਕੀ ਹੈ? ਇਦੋਂ ਭਾਵੇਂ ਲੱਖਾਂ ਗੁਣਾ ਜ਼ਿਆਦਾ ਰੋਗੀ ਹੋਣ, ਉਹਨਾਂ ਨੂੰ ਵੀ ਛਿਨ ਮਾਤਰ ਵਿੱਚ ਰਾਜੀ ਕਰਨ ਨੂੰ ਸਮਰੱਥ ਹੈ। ਚੱਲ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਦਾ। ਮੈਂ ਤਾਂ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਕ ਹਾਂ, ਮਾਮੂਲੀ ਅਦਨਾ ਜਿਹਾ ਗੁਲਾਮ ਹਾਂ। ਇਉਂ ਮਰਦਾਨਾ ਉਸਨੂੰ, ਉਹ ਕੋਈ ਅਹਿਲਕਾਰ ਸੀ ਰਾਜੇ ਦਾ, ਉਸਨੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਿਆ। ਨਮਸਕਾਰ ਕੀਤੀ। ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਵਾਜ਼, ਇਹ ਦੀ ਗੱਲ ਸੁਣੋ ਆਪ ਕਿਰਪਾ ਕਰਕੇ, ਅਤੇ ਆਪ ਮਿਹਰ ਵੀ ਕਰੋ। ਉਸਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਕਹਿਣ ਲੱਗਾ, ਮਹਾਰਾਜ, ਇੱਥੋਂ ਦਾ ਰਾਜਾ ਬੜਾ ਨਿਆਂਕਾਰੀ, ਧਰਮਾਤਮਾ, ਪ੍ਰਜਾ ਪਾਲਕ, ਪ੍ਰਜਾ ਨੂੰ ਬੜਾ ਸੁਖ ਦੇਣ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ, ਧਰਮਾਤਮਾ ਰਾਜਿਆਂ ਵਿੱਚ ਚਾਹੀਦੇ ਹਨ, ਉਹਦੇ ਵਿੱਚ ਸਾਰੇ ਹੀ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ। ਇਸ ਕਰਕੇ ਬੜਾ ਆਤਰ ਹੈ। ਜੇਕਰ ਆਪ ਕਿਰਪਾ ਕਰੋ ਉਸਦਾ ਇਹ ਰੋਗ ਹਟਾ ਦਿਓ, ਬੜਾ ਉਪਕਾਰ ਹੈ। ਇਹੋ ਜਿਹਾ ਰਾਜਾ ਪ੍ਰਜਾ ਨੂੰ ਮਿਲਣਾ ਬੜਾ ਹੀ ਮੁਸ਼ਕਲ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਹਟਦਾ ਜਾਏਗਾ ਰੋਗ, ਰੋਗ ਹਟਣ ਨੂੰ ਦੇਰ ਨਹੀਂ ਲੱਗੇਗੀ, ਪਰ ਇੱਕ ਥੋੜ੍ਹੀ ਜਿਹੀ ਗੱਲ ਚਾਹੀਦੀ ਹੈ, ਜੇ ਮਿਲ ਜਾਵੇ। ਉਹ ਬਹੁਤੀ ਵੱਡੀ ਵੀ ਨਹੀਂ। ਉਹ ਕਹਿਣਗੇ, ਦੱਸੋ ਮਹਾਰਾਜ। ਕਹਿਣ ਲੱਗੇ, ਗੁਰੂ ਜੀ, ਅਸੀਂ ਇਹ ਸ਼ਹਿਰ ਵਿੱਚ ਜੇ ਕੋਈ ਬ੍ਰਹਮ ਗਿਆਨੀ ਹੋਵੇ, ਉਸ ਦਾ ਤੇਲ ਕੱਢ ਕੇ ਇਸ ਰਾਜਾ ਦੇ ਸਰੀਰ ਨੂੰ ਮਲਾਂਗੇ, ਬਿਲਕੁਲ ਠੀਕ ਹੋ ਜਾਏਗਾ। ਜੇਕਰ ਕੋਈ ਬ੍ਰਹਮ ਗਿਆਨੀ ਹੋਵੇ ਤੁਹਾਡੇ ਸ਼ਹਿਰ ਵਿੱਚ, ਇੱਥੇ ਕੋਹਲੂ ਗੜਾ ਦਿਓ, ਉਹਦੇ ਵਿੱਚ ਪੀੜ ਕੇ ਉਸ ਦਾ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਲਣ ਦੀ ਦੇਰ ਹੈ, ਉਸੀ ਵਕਤ ਠੀਕ ਹੋ ਜਾਏਗਾ। ਇਹ ਸੁਣ ਕੇ ਕਹਿਣ ਲੱਗਾ, ਜੀ ਇਹ ਬ੍ਰਹਮ ਗਿਆਨੀ ਤਾਂ ਇੱਥੇ ਬਹੁਤ ਹਨ, ਵਾਚਕ ਗਿਆਨੀ ਬਹੁਤ ਬਣੇ ਫਿਰਦੇ ਸਨ। ਹਾਂਜੀ, ਇਉਂ ਕਹਿਣ ਲੱਗੇ, ਬਹੁਤ ਹਨ ਬ੍ਰਹਮ ਗਿਆਨੀ। ਗੁਰੂ ਜੀ ਕਹਿਣਗੇ, ਚੰਗਾ ਇਹ ਢੰਡੋਰਾ ਫੇਰੋ ਵੀ ਪਰਉਪਕਾਰ ਵਾਸਤੇ ਰਾਜੇ ਦੇ ਸਰੀਰ ਨੂੰ ਕੁਛ ਦਾ ਕੋਹੜ ਦਾ ਰੋਗ ਹੈ, ਕੋਈ ਬ੍ਰਹਮ ਗਿਆਨੀ ਆਵੇ। ਕਿਉਂ? ਬ੍ਰਹਮ ਗਿਆਨੀ ਪਰਉਪਕਾਰ ਮਹਾ, ਉਹਦਾ ਸਰੀਰ ਨਾਲ ਉਹਦੀ ਅਟੈਚਮੈਂਟ ਨਹੀਂ ਹੁੰਦੀ, ਪਕੜ ਨਹੀਂ ਹੁੰਦੀ। ਸਰੀਰ ਨੂੰ ਉਹ ਨਾਸਵੰਤ ਜਾਣਦਾ ਹੈ, ਵਸਤਰ ਜਾਂ ਕੱਪੜੇ ਦੀ ਨਹੀਂ ਜਾਣਦਾ ਹੁੰਦਾ ਹੈ। ਸੋ ਉਸਨੂੰ ਪਰਉਪਕਾਰ ਵਾਸਤੇ ਸਰੀਰ ਲਗਾ ਦੇਣਾ ਮਾਮੂਲੀ ਬਾਤ ਹੋਇਆ ਕਰਦੀ ਹੈ, ਬਲਕਿ ਉਸ ਦੀ ਕੁਰਬਾਨੀ ਹੋਂ ਰਹਿਤ ਹੁੰਦੀ ਹੈ। ਆਮ ਲੋਕਾਂ ਦੀ ਕੁਰਬਾਨੀ ਤਾਂ ਹੋਂ ਸਹਿਤ ਹੁੰਦੀ ਹੈ, ਪਰ ਇਹੋ ਜਿਹੇ ਬ੍ਰਹਮ ਗਿਆਨੀ ਦੀ ਕੁਰਬਾਨੀ ਜਿਹੜੀ ਹੈ ਉਹ ਤਾਂ ਹੋਂ ਰਹਿਤ ਹੁੰਦੀ। ਕੋਈ ਆਵੇ ਅਤੇ ਉਸਨੂੰ ਇਹ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਸਰੀਰ ਨੂੰ ਮਲਾਂਗੇ, ਉਸੀ ਵਕਤ ਰਾਜਾ ਠੀਕ ਹੋ ਜਾਏਗਾ। ਕਿਤਨਾ ਉਪਕਾਰ ਹੈ। ਰਾਜਾ ਧਰਮਾਤਮਾ ਹੈ, ਨਿਆਂਕਾਰੀ ਹੈ, ਪ੍ਰਜਾ ਪਾਲਕ ਹੈ। ਇਹੋ ਜਿਹਾ ਰਾਜਾ ਮਿਲਣਾ ਬੜਾ ਮੁਸ਼ਕਿਲ ਹੈ। ਸੋ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆਵੇ, ਆਪਣਾ ਸਰੀਰ ਇਸ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾਵੇ। ਸ਼ਹਿਰ ਵਿੱਚ ਡੌਂਡੀ ਫਰਵਾ ਦਿੱਤੀ ਵੀ ਇਉਂ ਕਰਕੇ ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢਣਾ ਹੈ ਕੋਹਲੂ ਵਿੱਚ ਪੀੜ ਕੇ। ਇੱਕ ਵੈਦ ਹਕੀਮ ਆਇਆ ਹੋਇਆ ਹੈ, ਉਸਨੇ ਫਿਰ ਉਹ ਤੇਲ ਰਾਜਾ ਦੇ ਸਰੀਰ ਨੂੰ ਮਲਣਾ ਹੈ, ਰਾਜਾ ਅਰੋਗ ਹੋ ਜਾਏਗਾ। ਰਾਜਾ ਬੜਾ ਧਰਮਾਤਮਾ ਹੈ, ਬੜਾ ਪਰਉਪਕਾਰ ਦਾ ਕੰਮ ਹੈ, ਕੋਈ ਨਿਤਰੋ। ਸਾਰੇ ਸ਼ਹਿਰ ਵਿੱਚ ਡੌਂਡੀ ਫੇਰੀ ਗਈ, ਕੋਈ ਨਹੀਂ ਆਇਆ। ਸ਼ਾਮ ਤੱਕ ਗੁਰੂ ਜੀ ਕਹਿਣ ਲੱਗੇ ਉਸ ਨੂੰ, ਕਿਉਂ ਭਾਈ, ਤੁਸੀਂ ਤਾਂ ਕਹਿੰਦੇ ਥੇ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਹਨ, ਸਾਰਾ ਸ਼ਹਿਰੀ ਬ੍ਰਹਮ ਗਿਆਨੀਆਂ ਦਾ ਹੈ, ਕੋਈ ਨਹੀਂ ਨਿਤਰਿਆ, ਕੀ ਗੱਲ? ਫਿਰ ਡੌਂਡੀ, ਦੂਸਰੇ ਦਿਨ ਫਿਰ ਡੌਂਡੀ ਫਰਵਾ ਦਿੱਤੀ ਗਈ, ਫਿਰ ਨਹੀਂ ਕੋਈ ਆਇਆ। ਕਈ ਦਿਨ ਇਸੀ ਤਰ੍ਹਾਂ ਡੌਂਡੀ ਫਰਵਾਉਂਦੇ ਰਹੇ। ਗੁਰੂ ਜੀ ਕਹਿੰਦੇ, ਤੁਸੀਂ ਤਾਂ ਕਹਿੰਦੇ ਸੋ ਇਹ ਸ਼ਹਿਰ ਸਾਰਾ ਹੀ ਬ੍ਰਹਮ ਗਿਆਨੀਆਂ ਦਾ ਹੈ। ਜਿਵੇਂ ਮਜਨੂੰ ਬਣੇ ਫਿਰਦੇ ਸੀ ਖਾਣ ਪੀਣ ਦੇ ਮਾਰੇ, ਇਉਂ ਕਰਕੇ ਤੁਸੀਂ ਤਾਂ ਸਾਰੀ ਕਹਿੰਦੇ ਬ੍ਰਹਮ ਗਿਆਨੀਆਂ ਦਾ ਹੈ। ਕੋਈ ਨਿਤਰੇ ਤਾਂ ਸੀ। ਸਾਧ ਸੰਗਤ ਕਿਸੇ ਗੱਲ ਦੀ ਪ੍ਰੀਖਿਆ ਦੁਆਰਾ ਹੀ ਸਮਝ ਪੈਂਦੀ ਹੁੰਦੀ ਹੈ, ਇਮਤਿਹਾਨ ਤੋਂ ਬਿਨਾਂ ਕੀ ਪਤਾ ਲੱਗਦਾ ਹੈ। ਹਾਂ, ਕਿਹੜਾ ਪਾਸ ਹੈ, ਕਿਹੜਾ ਫੇਲ ਹੈ।
जितने स्टूडेंट्स ने अपने आप में सारे हुशियार मनते होंगे हैं, पर पता लगता है इम्तिहान तो। सो यूँ करके कई दिन डौंडी फेरी गई, कोई नहीं आया। गुरु जी कहने लगे फिर डौंडी फेरो, राजा दे राजी होने में देर नहीं लगेगी, बस सिर्फ इन्ना की कुछ चाहिए, मामूली चीज़ है, तेल कट के राजा के शरीर में मरना है, ब्रह्म ज्ञानी वास्ते शरीर दे देना की औखा है। नहीं, एक फिर कुछ दिनों तो बाद आया, आके गुरु जी ने नमस्कार करके गल च पल्ला पा के सामने खड़ गया। गुरु जी कहन क्यों भाई तू ब्रह्म ज्ञानी है? तो कहेंगे नहीं गरीबा, ब्रह्म ज्ञानी तो नहीं, पर ये शरीर नाशवंत है, इन्हें रहना जरूर नहीं। एक दिन अगर ये परोपकार अर्थ लग जाए, राजा बड़ा धर्मात्मा है, ये आसरे बेअंत नूं सुख मिलना है, ये एक नूं दुख मिल जाए की हर्ज है। सो इस करके नाशवंत है, मैं ब्रह्म ज्ञानी तो नहीं, अगर इसका तेल कढ़ना कढ़ सकते हो आप। ये सुन के गुरु जी बहुत खुश हुए। खैर हुक्म किया, इत्थे घड़ौंजी जिमें जलधारा करने वाले होंगे हैं, घड़ौंजी बना लेंदे ने, ਉਹਦੇ ਉੱਪਰ एक मट रखिया वड्डा सारा पानी का भर के, वो मट के हेठ एक गली होंदी है, उन्होंने बंद कर देंगे होंगे, वो पानी का भरिया होंदा है। उस दे हेठां एक चौंकी डाही, उस दे हेठां होर चौंकी डाही। सो राजा नूं भी बुला लिया, सारा शहर देखने वास्ते आया। वो जेड़े बहुत सारे बनौटी ब्रह्म ज्ञानी बने वो ना, वो भी बिच ही फिरते हैं। यूँ करके जिस वक्त उसनूं जिहड़ा कहंदा सी असल मैने विचों ब्रह्म ज्ञानी सी, पर कहंदा सी मैं हाँ नहीं। सासू जे सूरज कहीं जावे मैं सूरज हाँ सूरज हाँ सूरज हाँ, कहण दा की फायदा? सूरज है, रोशनी दे रहा, दई चले ठीक है, कहण नाल तो कुछ वधण नहीं लग्या। इसी तरह जो ब्रह्म ज्ञानी है कहे तो की वध जाऊगा, जे नहीं है कहीं जावे कुछ फायदा नहीं होता। सो इस करके यूँ वो सी असल मैने विच, लेकिन वो अपने आप को कहता नहीं सी, क्योंकि ब्रह्म ज्ञानी के गरीबी समाह, वो गरीबी निम्रता सहित होंदा है। सो यूँ राजा नूं बुला लिया गया, हेठली चौंकी ते राजा नूं बिठा दिता, उसके उपरली चौंकी ते वो जिहड़ा कहंदा सी मैं ब्रह्म ज्ञानी नहीं, मैं तो दास हाँ एक मामूली, उन्होंने उपरली चौंकी ते बिठा दिता। उसके उपर मट सी पानी का भरिया बहुत बड़ा। सो उस दे हेठों जो गली सी बंद सी की हुई, उन्होंने खोल दिता। वो पानी उसके शरीर नूं लग लग के टच होके राजा के शरीर नूं लगता है, जिउं शरीर राजा के शरीर नूं पानी लगता है, राजे के शरीर नूं अरोगता होंदी चली जाती। अखीर राजा बिल्कुल अरोग हो गया जदों सारा शरीर इस तरह इशनान किया गया। गुरु जी कहन लगे भाई तुसीं कहंदे थे सारा शहर ब्रह्म ज्ञानी दे, आ है असल मैने विच जिहड़ा कहूँदा नहीं है। सो इसी तरह साध संगत ब्रह्म ज्ञान बहुत उच्ची अवस्था है। तो यूँ गुरु जी सच झूठ का नतारा करने वास्ते तो आए ही सन, पखंड का खंडन करने वास्ते, सच नूं नतारन वास्ते। यूँ इस तरीके से गुरु बाबा जी थां थां संसार का उद्धार करते हुए ते फिर रहे हैं। सारे शहर के लोगों को कहा यह है परमात्मा असल। सो इस द्वारा ही यह जे पुरुषों द्वारा ही दुनिया का फायदा होता है। सो यूँ हजूर बार बार ऐसा फरमाते है, यहाँ घाट चलो हर लाहा आगे बढ़
अर्जन देव महाराज फरमाउंदे हन, करो बेनंती सुनो मेरे मीता संत टहल की वेला, इहाँ खाड़ चलो हर लाहा, आगे बसन सुहेला। उन्होंने पंडितां कहा सी महाराज बेड़ी आप नहीं चलती हुंदी, ਉਹਨੂੰ कोई मलाह चलाउंदा हुंदा है। मलाह किहा जा होना चाहिए है। इसी तरह नाम रूपी बेड़ी आप यानी नाम आप नहीं जपिया जाता हुंदा, नाम नूं जपाउण वाला कोई महापुरख होना चाहिए। वो किहा जा होना चाहिए? गुरु जी ने दसिया सी जिहदे ज्ञान चक्षु खुले होण, साधन संपन्न हो के ब्रह्म ज्ञान की प्राप्ति हुई होवे और जिज्ञासु नूं उन्हां रस्तियां द्वारा जिन्हां रस्तियां द्वारा आप पहुँचा है और उन्होंने संशय दूर करने समर्थ होवे। इहो जे महापुरुष द्वारा नाम जपिया संसार समुद्र तो पार करता है। जिहाजा दृष्टांत पीछे दे के दसिया है। तो आयु मानव तन बड़ा मुश्किल प्राप्त होया इस जीव नूं, तो इसनूं व्यर्थ नहीं जान देना चाहिए। गुरु शरण विच आके सेवा भक्ति करके नामदान इशनान करके इसनूं सफला करना चाहिए है। जे कोई कहे दुनिया दे ईश्वर दे नाल असीं सुखी हो जावांगे, सुखी अज तक इउं कोई नहीं होया, बल्कि दुख वधे, दुख भी इत्थे तक वधे खुदकुशियां तक नौबतां पहुँचदियां हन। मन अशांत रहन लग जाता है, दुखी रहिंदा है, जलदा बलदा सड़दा रहिंदा है। शांति तां भजन विच ही है। सो गुरु शरण विच आके सेवा भजन करके मन नूं शांत करके आ लोक भी सुख शांति दा गुजारो। जितना समा है जदों और पूरी होवेगी उस तो बाद सचखंड बैकुंठ धाम विच पहुँच के जिथे दुख नहीं है, सदा आनंद ही आनंद है, जितों फिर गिरना नहीं हुंदा है, उस थां पहुँच के सदा वास्ते आनंद रूप हो जाओ। यूँ मानव तन नूं सफला करो। हुण रोज़ दे सुभाव मुताबिक पहले आनंद साहब विच बोलो, उस तो बाद फिर गुरु स्तोत्र विच बोलना, फिर इकबानों के अरदास विच जुड़ना, फिर हुक्मनामा सुन के प्रसाद लेके अगला प्रोग्राम सुन के फिर चाले पाने। रामकली महला तीजा नाम देखो ओंकार सतगुर प्रसाद आनंद पिया सुन।
धन है गुरु नानक साहिब।